सतगुरु जी ने अज जो मुबारक बचन बख्शिश कीते ने, एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। इथों तक ये संपूर्ण मंगलाचरण मेरे सतगुरु जी ने बख्शिश किया है। ये संपूर्ण मंगलाचरण धन गुरु ग्रंथ साहिब महाराज जी की समुची बाणी दे विच आपां 33 वारी पढ़दे हैं। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। इथों तक ये मूल मंत्र जिहड़ा है आपां गुरु ग्रंथ साहिब जी की पावन बाणी विच 33 वारी पढ़दे हैं। उस तो बाद गुरु ग्रंथ साहिब महाराज जी की पावन बाणी विच इस मूल मंत्र दे 3 होर रूप अपने सामने आपां वेखांगे। रहो विचार। इत्थे धन गुरु नानक साहिब महाराज जी ने बाणी की आरंभता तो पहला परमेश्वर के गुणां नूं साडे सन्मुख प्रगट कीता है। पातशाह परमेश्वर के गुणां बारे आखदे ने, एक ओंकार। पहले समय दे विच जदों परमेश्वर की गल आरंभ हुंदी सी, उदों अनेकां पांधे जिहड़े सन, पढ़ाउण वाले जिहड़े सन, जां रब की भगती करन वाले जिहड़े पुजारी सी, वो आरंभता दे विच ओंग शब्द लिखदे, ऊड़े दा मूँह खुला रख के नाल बिंदी पा दिंदे। वो आरंभ करदे सी ओंग। इहदा मतलब हुंदा सी जी हां। धन गुरु नानक साहिब महाराज जी दे वेले ये गल प्रचलित सी, जां इहदे 3 अर्थ लए जांदे सन। जिवें तुसीं ध्यान मार के वेखो, ओम शब्द बनिया हुंदा है। हुण उस ओम शब्द दा जिहड़ा असल विच सिंबल है, रूप है, वो इउं नज़र आ रहा जिवें गिणती दा 3 लिखिया हुंदा है। वो जिहड़ा गिणती दा 3 लिखिया होया है ना, उहदा भाव अर्थ ही ये है भी 3 देवते ने, जिन्हां दे हुक्म दे विच ये संसार चलदा है। वो ओम शब्द जिहड़ा बनिया होया, वो 3 दा लखाइक है। और ये सनातन मत दे वीर मनदे आ रहे ने भी ब्रह्मा विष्णु ते महेश, ये 3 शक्तियां ने जिहड़ियां संसार नूं चला रहीआं ने। ब्रह्मा पैदा करन वाला कह दिता है, विष्णु भोजन देण वाला कह दिता है, और शिव जी जिहड़ा है लेखा जोखा करन वाला, संघार करन वाला कह दिता है। हुण ये 3 चीज़ां नूं मनुखता मनदी आ रही सी, पर जिस वेले धन गुरु नानक साहिब महाराज जी ने इस धरती दे खिते विच आके अपने विचार प्रगट कीते, मेरे पातशाह जी कहण लगे नहीं, असल विच इस संसार नूं चलाउण वालियां 3 ताकतां नहीं, इस संसार नूं चलाउण वाला ते केवल एक है। और उस एक वर्गा दूजा कोई भी नहीं। उस एक वर्गा कोई होर नहीं हो सकता।
ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦੀ ਵਿਚਾਰ ਪ੍ਰਗਟ ਕੀਤੀ ਵੀ ਲੋਕ ਮੰਨਦੇ ਆ ਰਹੇ ਨੇ। ਲੋਕਾਂ ਦੀ ਵਿਚਾਰ ਕੀ ਹੈ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇੱਥੇ ਤਿੰਨ ਦੇਵਤਿਆਂ ਦੀ ਗੱਲ ਹੈ ਕਿ ਲੋਕ ਮੰਨਦੇ ਆ ਰਹੇ ਨੇ ਕਿ ਮਾਇਆ ਪ੍ਰਸੂਤ ਹੋਈ, ਉਹ ਤੋਂ ਤਿੰਨ ਪੁੱਤ ਪੈਦਾ ਹੋਏ। ਇੱਕ ਸੰਸਾਰੀ, ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ, ਇੱਕ ਭੰਡਾਰੀ, ਭੋਜਨ ਦੇਣ ਵਾਲਾ ਵਿਸ਼ਨੂੰ, ਇੱਕ ਲਾਏ ਦੀਵਾਨ, ਇੱਕ ਕਚਹਿਰੀ ਲਾ ਕੇ ਸਜ਼ਾ ਦੇਣ ਵਾਲਾ, ਸੰਘਾਰ ਕਰਨ ਵਾਲਾ ਸ਼ਿਵ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਮੇਰੀ ਮਨੌਤ ਨਹੀਂ, ਇਹ ਲੋਕਾਂ ਦੀ ਵਿਚਾਰ ਹੈ। ਲੋਕ ਕਹਿੰਦੇ ਨੇ ਆ ਤਿੰਨ ਸ਼ਕਤੀਆਂ ਨੇ, ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਵਿਚਾਰ ਰੱਖੀ ਨਾ, ਫਿਰ ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਤਿੰਨ ਤਾਕਤਾਂ ਦੀ ਗੱਲ ਨਹੀਂ, ਬਲਕਿ ਇਹਨਾਂ ਤਿੰਨੇ ਤਾਕਤਾਂ ਨੂੰ ਚਲਾਉਣ ਵਾਲਾ ਪਰਮੇਸ਼ਰ ਇੱਕ ਹੈ। ਇੱਥੋਂ ਤੱਕ ਸਨਾਤਨ ਮਤ ਦੀ ਵਿਚਾਰ ਹੈ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਜਿਹੜੀ ਗੁਰਮਤ ਦੀ ਵਿਚਾਰ ਆਰੰਭ ਹੋ ਰਹੀ ਹੈ, ਸਤਿਗੁਰੂ ਜੀ ਨੇ ਹੁਣ ਅਗਲੀ ਪੰਕਤੀ ਦੇ ਵਿੱਚ ਆਪਣੀ ਵਿਚਾਰ ਆਰੰਭ ਕੀਤੀ। ਕਹਿੰਦੇ ਦੁਨੀਆ ਦੇ ਲੋਕੋ ਨਹੀਂ, ਤਿੰਨ ਨਹੀਂ, ਬਲਕਿ ਜਿਵ ਤੇ ਸੁਭਾਵੈ, ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਨ, ਆਦੇਸ਼ ਤਿਸੈ ਆਦੇਸ਼। ਮੇਰੀ ਨਮਸਕਾਰ ਪਤਾ ਕਿਹਨੂੰ ਹੈ? ਆਦੇਸ਼ ਦਾ ਮਤਲਬ ਹੈ ਨਮਸਕਾਰ, ਬੰਦਨਾ। ਮੇਰਾ ਸਿਰ ਪਤਾ ਕਿਹਦੇ ਅੱਗੇ ਝੁਕਦਾ ਹੈ? ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਿਹੜਾ ਸਾਰਿਆਂ ਦਾ ਮੁੱਢ ਹੈ ਆਦ, ਅਨੀਲ ਜਿਹੜਾ ਸ਼ੁੱਧ ਸਰੂਪ ਹੈ, ਅਨਾਦ ਜਿਹਦਾ ਕੋਈ ਵੀ ਆਰੰਭ ਲੱਭਿਆ ਨਹੀਂ ਜਾ ਸਕਦਾ, ਅਨਾਹਤ ਜਿਹਦੀ ਹੱਤਿਆ ਹੋਈ ਨਹੀਂ ਸਕਦੀ, ਜਿਹੜਾ ਖਤਮ ਹੀ ਨਹੀਂ ਹੋ ਸਕਦਾ, ਜੁਗ ਜੁਗ ਏਕੋ ਵੇਸ, ਜਿਹੜਾ ਹਰ ਇੱਕ ਯੁੱਗ ਦੇ ਵਿੱਚ ਇੱਕ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਮੈਂ ਤਿੰਨ ਦੇਵਤਿਆਂ ਦੇ ਅੱਗੇ ਨਹੀਂ ਝੁਕਦਾ, ਮੈਂ ਤੇ ਇੱਕ ਪਰਮੇਸ਼ਰ ਅੱਗੇ ਝੁਕਦਾ। ਹੁਣ ਧਿਆਨ ਮਾਰੇ, ਓੰਗ ਸ਼ਬਦ ਦਾ ਮਤਲਬ ਹੀ ਇਹ ਸੀ ਵੀ ਤਿੰਨ ਸ਼ਕਤੀਆਂ ਨੇ। ਲੋਕ ਇਹ ਮੰਨਣ ਲੱਗ ਪਏ ਕਿ ਤਿੰਨੇ ਦੇਵਤਿਆਂ ਦੀ ਪੂਜਾ ਹੋਣ ਲੱਗ ਪਈ, ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਓੰਗ ਦੇ ਅੱਗੇ ਇੱਕ ਪਾ ਦਿੱਤਾ ਹੈ, ਏਕਾ ਲਿਖ ਦਿੱਤਾ ਹੈ। ਔਰ ਗੱਲ ਹੀ ਇੱਥੋਂ ਸ਼ੁਰੂ ਕੀਤੀ, ਕਹਿੰਦੇ ਇੱਕ ਤੋਂ ਬਾਅਦ ਹੀ ਸਭ ਕੁਝ ਹੈ। ਇੱਕ ਤੋਂ ਬਾਅਦ ਸਭ ਕੁਝ ਹੈ, ਇੱਕ ਤੋਂ ਪਹਿਲਾਂ ਕੁਝ ਵੀ ਨਹੀਂ। ਹੁਣ ਬੜੀ ਡੂੰਘੀ ਗੱਲ ਹੈ, ਜੇ ਆਪਾਂ ਕਹੀਏ ਇੱਕ ਤੋਂ ਪਹਿਲਾਂ ਕੀ ਹੈ, ਤੇ ਕਈ ਵਾਰੀ ਆਪਾਂ ਗਿਣਤੀ ਆਰੰਭ ਕਰਦੇ ਆਂ, ਜ਼ੀਰੋ ਲਿਖਦੇ ਆਂ, ਸਿਫਰ, ਉਸ ਤੋਂ ਬਾਅਦ 1 ਲਿਖਦੇ ਆਂ, 2 ਲਿਖਦੇ ਆਂ, 3 ਲਿਖਦੇ ਆਂ, 4 ਲਿਖਦੇ ਆਂ, 5 ਲਿਖਦੇ ਆਂ, 6 ਲਿਖਦੇ ਆਂ, 7 ਲਿਖਦੇ ਆਂ, 8 ਲਿਖਦੇ ਆਂ, 9 ਲਿਖਦੇ ਆਂ। ਪਰ ਅਸੀਂ ਕਹਾਂਗੇ ਇੱਕ ਤੋਂ ਪਹਿਲਾਂ ਤੇ ਜ਼ੀਰੋ ਹੈ, ਤੇ ਜ਼ੀਰੋ ਦਾ ਮਤਲਬ ਕੀ ਹੈ? ਕੁਝ ਵੀ ਨਹੀਂ। ਜ਼ੀਰੋ ਦਾ ਮੀਨਿੰਗ ਕੀ ਹੈ? ਕੁਝ ਵੀ ਨਹੀਂ। ਇੱਕ ਤੋਂ ਪਹਿਲਾਂ ਕੁਝ ਵੀ ਨਹੀਂ, ਤੇ ਜੇ ਇੱਕ ਤੋਂ ਬਾਅਦ ਦੇਖੀਏ ਤੇ ਸਾਰਾ ਕੁਝ ਹੈ। 2 ਦਾ ਜਨਮ ਤਾਂ ਹੋਵੇਗਾ ਜੇ 1 ਦੇ ਵਿੱਚ 1 ਪਲੱਸ ਕਰਾਂਗੇ। 3 ਦਾ ਜਨਮ ਤਾਂ ਹੋਵੇਗਾ ਜੇ 2 ਵਿੱਚ ਫਿਰ 1 ਪਲੱਸ ਹੋਵੇਗਾ। 3 ਤੋਂ ਬਾਅਦ 4 ਦਾ ਜਨਮ ਤਾਂ ਹੋਵੇਗਾ ਜੇ ਉਹਦੇ ਵਿੱਚ 1 ਨੂੰ ਐਡ ਕਰਾਂਗੇ। ਬਾਕੀ ਜਿੰਨਾ ਕੁਝ ਪੈਦਾ ਹੋ ਰਿਹਾ ਉਹ 1 ਤੋਂ ਬਾਅਦ ਪੈਦਾ ਹੋ ਰਿਹਾ ਹੈ। ਜ਼ੀਰੋ ਦਾ ਮੁੱਲ ਵੀ ਉਦੋਂ ਪੈਂਦਾ ਜਦੋਂ 1 ਉਹਦੇ ਮੂਹਰੇ ਆ ਕੇ ਖੜਾ ਹੋ ਜਾਂਦਾ ਹੈ।
ਤੇ ਮੇਰੇ ਸਤਿਗੁਰੂ ਜੀ ਨੇ ਇਹ ਗੱਲ ਕਹੀ, ਉਹ ਤੁਸੀਂ ਤਿੰਨ ਦੀ ਪਹਿਲਾਂ ਹੀ ਗੱਲ ਕਰਨ ਲੱਗ ਪਏ, ਇਹਨਾਂ ਤਿੰਨਾਂ ਤੋਂ ਪਹਿਲਾਂ ਕੀ ਹੈ, ਇਸ ਗੱਲ ਦੀ ਵਿਚਾਰ ਕਰ। ਤੁਸੀਂ ਕਹਿੰਦੇ ਹੋ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼, ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੁਸੀਂ ਤਿੰਨ ਦੀ ਗੱਲ ਪਹਿਲਾਂ ਹੀ ਕਰਨ ਲੱਗ ਪਏ, ਪਰ ਇਹਨਾਂ ਤਿੰਨਾਂ ਦੀ ਪੈਦਾਇਸ਼ ਤੇ ਇੱਕ ਦੇ ਬਾਅਦ ਹੋਈ ਹੈ। ਤੁਸੀਂ ਉਸ ਇੱਕ ਨੂੰ ਤੇ ਪਾਸੇ ਕਰ ਦਿੱਤਾ ਜਿੱਥੋਂ ਇਹਨਾਂ ਤਿੰਨਾਂ ਦੀ ਪੈਦਾਇਸ਼ ਹੋਈ। ਹੁਣ ਫਿਰ ਉਹੀ ਗੱਲ ਆਪਾਂ ਪਕੜ ਵਿੱਚ ਲਈਏ ਵੀ ਜੇ ਦੋ ਲਿਖਣਾ ਹੋਵੇ, ਇੱਕ ਤੋਂ ਬਿਨਾਂ ਲਿਖਿਆ ਜਾ ਸਕਦਾ? ਜਦੋਂ ਆਪਾਂ ਆਪਣੀ ਪੜ੍ਹਾਈ ਦੀ ਆਰੰਭਤਾ ਕਰਦੇ ਹਾਂ ਨਾ ਛੋਟੀ ਕਲਾਸ ਵਿੱਚ, ਫਿਰ ਟੀਚਰ ਉਹਨੂੰ ਲਿਖ ਕੇ ਦੋ ਡੰਡੀਆਂ ਪਾਉਂਦਾ, ਪਹਿਲਾਂ ਇੱਕ ਡੰਡੀ ਪਾਈ, ਫਿਰ ਵਿਚਾਰ ਪਲੱਸ ਲਿਖਿਆ, ਫਿਰ ਇੱਕ ਡੰਡੀ ਪਾਈ, ਫਿਰ ਉਹ ਤੋਂ ਅੱਗੇ ਕਰਕੇ ਬਰਾਬਰ ਲਿਖ ਕੇ ਫਿਰ ਦੋ ਲਿਖਿਆ। ਹੁਣ ਉੱਥੋਂ ਇੱਕ ਆਪਾਂ ਸਮਝ ਲੈ ਸਕਦੇ ਹਾਂ ਵੀ ਦੋ ਦਾ ਜਨਮ ਹੀ ਤਾਂ ਹੁੰਦਾ ਹੈ ਜੇ ਇੱਕ ਆਪਣੇ ਆਪ ਨੂੰ ਉਹਦੇ ਵਿੱਚ ਐਡ ਕਰਦਾ ਹੈ। ਉਹ ਤੋਂ ਬਾਅਦ ਵਿੱਚ 3 4 5 6 7 8 9 10, ਇਹ ਸਾਰਾ ਕੁਝ ਹੀ ਤਾਂ ਬਣਿਆ ਜੇ ਇਹਨਾਂ ਸਾਰਿਆਂ ਵਿੱਚ ਇੱਕ ਮੌਜੂਦ ਹੈ। ਤਾਂ ਹੀ ਤੇ ਬਾਬਾ ਬੁੱਲੇ ਸ਼ਾਹ ਨੇ ਏਡੀ ਵੱਡੀ ਗੱਲ ਕਹਿ ਦਿੱਤੀ ਸੀ ਕਿ ਇੱਕ ਅਲਫ ਪੜੋ ਛੁਟਕਾਰਾ ਹੈ, ਇੱਕ ਦੇ ਨਾਲ ਜੁੜੀ, ਤੇਰੇ ਜੀਵਨ ਦਾ ਪਾਰ ਉਤਾਰਾ ਹੋਵੇਗਾ, ਤੇਰੇ ਜੀਵਨ ਵਿੱਚ ਭਟਕਣਾ ਬਣੇਗੀ ਨਹੀਂ। ਇੱਕ ਅਲਫ ਪੜੋ ਛੁਟਕਾਰਾ ਏ, ਇੱਕ ਅਲਫ ਦਾ ਨੁਕਤਾ ਨਿਆਰਾ ਏ, ਇੱਕ ਅਲਫ ਤੋਂ 2 3 4 ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ, ਫਿਰ ਉਸ ਤੋਂ ਬੇਸ਼ੁਮਾਰ ਹੋਏ। ਇੱਕ ਅਲਫ ਪੜੋ ਛੁਟਕਾਰਾ ਏ, ਇੱਕ ਅਲਫ ਦਾ ਨੁਕਤਾ ਨਿਆਰਾ ਹੈ। ਉਹ ਕਹਿੰਦੇ ਇੱਕ ਤੋਂ ਬਾਅਦ ਹੀ ਸਭ ਕੁਝ ਹੈ, ਇੱਕ ਤੋਂ ਪਹਿਲਾਂ ਕੁਝ ਵੀ ਨਹੀਂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤੁਸੀਂ ਓੰਗ ਕਹੀ ਜਾ ਰਹੇ ਹੋ, ਤੁਸੀਂ ਓੰਗ ਕਹੀ ਜਾ ਰਹੇ ਹੋ, ਪਰ ਇਹਨਾਂ ਤਿੰਨਾਂ ਤੋਂ ਪਹਿਲਾਂ ਤੇ ਇੱਕ ਪਰਮੇਸ਼ਰ ਹੈ। ਮੈਂ ਨਮਸਕਾਰ ਪਤਾ ਕਿਹਦੇ ਅੱਗੇ ਕਰਦਾ? ਜਿਸ ਮਾਲਕ ਨੇ ਇਹਨਾਂ ਤਿੰਨੇ ਦੇਵਤਿਆਂ ਨੂੰ ਵੀ ਪੈਦਾ ਕੀਤਾ। ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਦੇ ਆਂ, ਪਰ ਕਿਤੇ ਯਤਨ ਕਰਿਓ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹਿਓ। ਸਾਡੀ ਇਹ ਬਦਕਿਸਮਤੀ ਵੀ ਹੈ ਵੀ ਅਸੀਂ ਜਪਜੀ ਸਾਹਿਬ ਦੇ ਰੱਟੇ ਤੇ ਲਾਈ ਜਾਂਦੇ ਆ, ਪਰ ਕਿਤੇ ਇਦਾਂ ਦਾ ਵੀ ਆਪਣੇ ਜੀਵਨ ਵਿੱਚ ਵਿਚਾਰ ਬਣਾਈਏ ਵੀ ਜੇ ਰੋਜ਼ 38 ਪੌੜੀਆਂ ਪੜ੍ਹ ਕੇ ਸਮਾਪਤੀ ਕਰਦੇ ਆ ਤੇ ਰੋਜ਼ ਇੱਕ ਪੌੜੀ ਦੇ ਅਰਥਾਂ ਸਮੇਤ ਵੀ ਵਿਚਾਰਨ ਦਾ ਯਤਨ ਕਰੀਏ, ਤੇ ਸਾਨੂੰ ਪਤਾ ਲੱਗੇਗਾ ਵੀ ਸਾਡਾ ਅਸਲ ਵਿੱਚ ਮਕਸਦ ਕੀ ਹੈ, ਸਾਡਾ ਮਨੋਰਥ ਕੀ ਹੈ ਬਾਣੀ ਪੜ੍ਹਨ ਦਾ। ਸਤਿਗੁਰੂ ਜੀ ਨੇ ਤੇ ਬਾਣੀ ਜਪਜੀ ਸਾਹਿਬ ਦੇ ਵਿੱਚ ਜਿੱਥੇ ਪਹਿਲਾਂ ਇੱਕ ਲਿਖਿਆ, ਚੇਤੇ ਰੱਖਿਓ, ਇਸ ਇੱਕ ਦੀ ਵਿਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤੀ ਗਈ। ਇਸ ਇੱਕ ਸ਼ਬਦ ਦੀ ਵਿਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤੀ ਗਈ। ਸਤਿਗੁਰੂ ਜੀ ਨੇ ਸਾਨੂੰ ਦੱਸਿਆ ਵੀ ਅਸਲ ਵਿੱਚ ਇਹ ਇੱਕ ਦਾ ਵਿਸਥਾਰ ਹੈ, ਇਹ ਇੱਕ ਦੀ ਵਿਚਾਰ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੱਲਾ ਓੰਗ ਨਹੀਂ, ਬਲਕਿ ਇਸ ਓੰਗ ਤੋਂ ਪਹਿਲਾਂ ਇੱਕ ਹੈ। ਉਹ ਇੱਕ ਜਿਹਦੇ ਵਰਗਾ ਦੂਜਾ ਕੋਈ ਵੀ ਨਹੀਂ। ਇਹਨੂੰ ਪੜ੍ਹਨ ਦਾ ਤਰੀਕਾ ਵੀ ਸਾਨੂੰ ਸਮਝਣਾ ਚਾਹੀਦਾ, ਨਹੀਂ ਤੇ ਬਹੁਤਾਤ ਸੰਗਤਾਂ ਪੜ੍ਹਦੀਆਂ ਨੇ ਇੱਕ ਓਮਕਾਰ। ਇਹ ਅਸ਼ੁੱਧ ਹੈ, ਸ਼ੁੱਧ ਸ਼ਬਦ ਨਹੀਂ। ਕਈ ਪੜ੍ਹਦੇ ਨੇ ਇੱਕੋ ਓੰਕਾਰ, ਇਹ ਵੀ ਪੜ੍ਹਨਾ ਠੀਕ ਨਹੀਂ, ਇੱਕੋ ਨਹੀਂ। ਧਿਆਨ ਮਾਰ ਕੇ ਵੇਖੋ, ਆਰੰਭਤਾ ਦੇ ਵਿੱਚ ਜਿਹੜਾ ਏਕਾ ਹੈ ਨਾ, ਉਹ ਸ਼ਬਦਾਂ ਵਿੱਚ ਨਹੀਂ ਲਿਖਿਆ, ਉਹ ਹਿੰਦਸੇ ਵਿੱਚ ਲਿਖਿਆ, ਭਾਵ ਅੰਕ ਦੇ ਵਿੱਚ ਲਿਖਿਆ, ਸ਼ਬਦਾਂ ਵਿੱਚ ਨਹੀਂ। ਹੁਣ ਇਹਨੂੰ ਅਲੱਗ ਪੜ੍ਹਨਾ ਹੈ, ਇੱਕ। ਫਿਰ ਜਿਹੜਾ ਉਹ ਮੂੰਹ ਖੁੱਲਿਆ ਹੋਇਆ ਊੜਾ ਹੈ ਨਾ, ਉਹਨੂੰ ਪੜ੍ਹਨਾ ਓੰ।
ਫਿਰ ਉੱਪਰ ਜਿਹੜੇ ਮਾਤਰਾ ਨੂੰ ਵਧਾ ਦਿੱਤਾ ਗਿਆ ਨਾ, ਫਿਰ ਦੁਬਾਰਾ ਉੱਪਰ ਲਕੀਰ ਖਿੱਚੀ ਗਈ ਉੱਚੀ, ਉਹਦਾ ਮਤਲਬ ਹੈ ਕਾਰ। ਕਾਰ ਦਾ ਮਤਲਬ ਹੁੰਦਾ ਹੈ ਨਿਰੰਤਰ, ਲਗਾਤਾਰ। ਓੰਗ ਦਾ ਅਰਥ ਬ੍ਰਹਮ ਸਰੂਪ, ਭਾਵ ਉਸ ਇੱਕ ਵਰਗਾ ਦੂਜਾ ਕੋਈ ਵੀ ਨਹੀਂ। ਔਰ ਉਹ ਇੱਕ ਪਰਮੇਸ਼ਰ ਜਿਹੜਾ ਹੈ ਨਾ, ਉਹ ਇੱਕ ਥਾਂ ਤੱਕ ਸੀਮਤ ਨਹੀਂ। ਕਾਰ ਸ਼ਬਦ ਜਿਹੜੀ ਉੱਪਰ ਡੰਡੀ ਖਿੱਚੀ ਗਈ, ਉਹ ਇਸ ਗੱਲ ਦੀ ਲਖਾਇਕ ਹੈ, ਜਿਹੜਾ ਪਰਮੇਸ਼ਰ ਇੱਕ ਹੈ, ਜਿਸ ਵਰਗਾ ਦੂਜਾ ਕੋਈ ਵੀ ਨਹੀਂ ਪਿਆਰਿਆ, ਉਹ ਇਸ ਘਟ ਘਟ ਦੇ ਵਿੱਚ ਮੌਜੂਦ ਹੈ। ਉਹ ਹਰ ਇੱਕ ਵੇਲੇ ਤੇਰੇ ਨਾਲ ਹੈ, ਸਦਾ ਤੇਰੇ ਅੰਗ ਸੰਗ ਹੈ। ਇਸੇ ਕਰਕੇ ਇਹ ਸ਼ਬਦ ਨੂੰ ਇਉਂ ਕਹਿ ਦਿੱਤਾ ਗਿਆ ਵੀ ਤੂੰ ਕਹਿਣਾ ਮੈਂ ਰੱਬ ਦੇ ਘਰ ਤੋਂ ਦੂਰ ਹਾਂ, ਜਿਵੇਂ ਆਪਾਂ ਕਹੀਏ ਵੀ ਮੈਂ ਗੁਰਦੁਆਰੇ ਨਹੀਂ ਗਿਆ। ਆ ਗੁਰਦੁਆਰੇ ਦੀ ਬਿਲਡਿੰਗ ਤੇਰੇ ਤੋਂ ਦੂਰ ਹੋ ਸਕਦੀ ਹੈ, ਪਰ ਗੁਰੂ ਤੇਰੇ ਤੋਂ ਦੂਰ ਥੋੜੀ ਹੈ। ਇਸ ਗੱਲ ਨੂੰ ਸਮਝਣਾ। ਸਾਡਾ ਅਸਲ ਸੰਬੰਧ ਗੁਰੂ ਦੇ ਨਾਲ ਹੈ। ਸਾਡਾ ਅਸਲ ਸੰਬੰਧ ਗੁਰੂ ਦੇ ਨਾਲ ਹੈ, ਬਿਲਡਿੰਗ ਦੇ ਨਾਲ ਨਹੀਂ। ਜੇ ਬਿਲਡਿੰਗ ਦੇ ਵਿੱਚ ਗੁਰੂ ਹੀ ਮੌਜੂਦ ਨਹੀਂ, ਫਿਰ ਉਸ ਬਿਲਡਿੰਗ ਦੀ ਕੀ ਮਹਾਨਤਾ ਹੈ? ਹੁਣ ਧਿਆਨ ਮਾਰਿਓ, ਇਸ ਥਾਂ ਦੀ ਮਹਾਨਤਾ ਜਿਹੜੀ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਹੈ। ਨਹੀਂ ਤੇ ਅੱਜ ਤੋਂ ਆਪਾਂ 100 ਸਾਲ 200 ਸਾਲ 150 ਸਾਲ ਪਹਿਲਾਂ ਦੇਖ ਲਈਏ, ਧਰਤੀ ਤਾਂ ਇਹ ਉਦੋਂ ਵੀ ਸੀ। ਹੋ ਸਕਦਾ ਉਦੋਂ ਇੱਥੇ ਗੁਰਦੁਆਰਾ ਨਾ ਹੋਵੇ, ਉਦੋਂ ਕੋਈ ਸਜਦਾ ਨਹੀਂ ਕਰਦਾ ਸੀ, ਪਰ ਜਦੋਂ ਇੱਥੇ ਗੁਰੂ ਜੀ ਮੌਜੂਦ ਹੋ ਗਏ, ਉਦੋਂ ਦੁਨੀਆ ਸਜਦਾ ਕਰਨ ਲੱਗ ਪਈ। ਬਿਲਡਿੰਗ ਤੇ ਬਦਲਦੀ ਰਹੀ, ਪਹਿਲਾਂ ਛੋਟੀ ਸੀ, ਫਿਰ ਵੱਡੀ ਹੋ ਗਈ, ਆ ਹੁਣ ਕੁਝ ਸਾਲਾਂ ਤੋਂ ਹੋਰ ਵੱਧ ਚੇਂਜ ਹੋ ਗਈ। ਇਹ ਬਿਲਡਿੰਗ ਤੇ ਬਦਲਦੀ ਰਹੇਗੀ, ਪਰ ਗੁਰੂ ਥੋੜੀ ਬਦਲੇ। ਗੁਰੂ ਤੇ ਆਦ ਤੋਂ ਲੈ ਕੇ ਅੰਤ ਤੱਕ ਉਹੀ ਹੈ। ਹੁਣ ਅਸੀਂ ਕਿਸੇ ਬਿਲਡਿੰਗ ਨੂੰ ਕਹਿੰਦੇ ਆ ਉਹ ਗੁਰਦੁਆਰਾ ਬੜਾ ਸੋਹਣਾ ਹੈ, ਅਸੀਂ ਕਦੇ ਗੁਰੂ ਬਾਰੇ ਇਹ ਜੀ ਵਿਚਾਰ ਕਹੀ ਵੀ ਇਹ ਗੁਰੂ ਘੱਟ ਸੋਹਣਾ ਤੇ ਉਹ ਗੁਰੂ ਵੱਧ ਸੋਹਣਾ? ਕਿਉਂਕਿ ਗੁਰੂ ਦਾ ਸੁਹੱਪਣ ਤੇ ਸਦਾ ਲਈ ਇੱਕ ਹੈ, ਨਿਰੰਤਰ ਕਾਰ। ਉਹ ਲਗਾਤਾਰ ਉਸੇ ਤਰ੍ਹਾਂ ਦਾ ਹੀ ਹੈ ਜਿਹੋ ਜਿਹਾ ਹੈ, ਉਹਦੇ ਵਿੱਚ ਕੋਈ ਬਦਲਾਅ ਨਹੀਂ, ਉਹਦੇ ਵਿੱਚ ਕੋਈ ਚੇਂਜਿੰਗ ਨਹੀਂ। ਮੇਰੇ ਸਤਿਗੁਰੂ ਜੀ ਨੇ ਇਹੀ ਗੱਲ ਕਹੀ, ਕਹਿੰਦੇ ਪੁੱਤ ਚੇਤੇ ਰੱਖੀ, ਤੇਰਾ ਸੰਬੰਧ ਇੱਕ ਪਰਮੇਸ਼ਰ ਨਾਲ ਹੋਣਾ ਚਾਹੀਦਾ ਹੈ, ਤੇ ਉਹ ਪਰਮੇਸ਼ਰ ਤੇ ਘਟ ਘਟ ਦੇ ਵਿੱਚ ਮੌਜੂਦ ਹੈ। ਉਹ ਤੇ ਸਦਾ ਅੰਗ ਸੰਗੇ, ਸਦਾ ਤੇਰੇ ਨਾਲ ਹੈ, ਤੇਰੇ ਕੋਲ ਹੈ, ਤੇ ਤੂੰ ਆਪਣੇ ਜੀਵਨ ਦੇ ਵਿੱਚ ਉਸ ਪਰਮੇਸ਼ਰ ਨਾਲ ਜੁੜ। ਤਾਂ ਹੀ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਇਹ ਪੂਰਾ ਜੱਗ ਰੱਬ ਦੀ ਕੋਠੀ ਹੈ, ਤੇ ਤੂੰ ਰੱਬ ਦੀ ਕੋਠੀ ਵਿੱਚ ਰਹਿਣਾ ਹੈ। ਹੁਣ ਜੇ ਤੈਨੂੰ ਇਹ ਵਿਸ਼ਵਾਸ ਤੇ ਅਹਿਸਾਸ ਹੋ ਜਾਵੇ ਵੀ ਮੈਂ ਤੇ ਰੱਬ ਦੀ ਕੋਠੀ ਵਿੱਚ ਰਹਿਣਾ, ਰੱਬ ਦੇ ਘਰ ਵਿੱਚ ਰਹਿਣਾ, ਰੱਬ ਦਾ ਘਰ ਸਾਡੇ ਤੋਂ ਦੂਰ ਹੋਇਆ? ਜੇ ਅਸੀਂ ਇਹ ਗੱਲ ਨੂੰ ਸਮਝ ਲਈਏ ਵੀ ਮੇਰਾ ਪਰਮੇਸ਼ਰ ਤੇ ਮੇਰੇ ਨਾਲ ਹੈ, ਤਾਂ ਹੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਏਡੀ ਵੱਡੀ ਗੱਲ ਕਹੀ ਨਾ, ਕਿ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਮਸ਼ਾਲ ਦਾ ਮਤਲਬ ਹੈ ਧਰਮ ਕਮਾਉਣ ਵਾਲੀ ਥਾਂ। ਧਰਮਸ਼ਾਲ ਪਹਿਲਾ ਨਾਮ ਗੁਰਦੁਆਰੇ ਦਾ ਸੀ। ਅੱਜ ਗੁਰਦੁਆਰਾ ਸ਼ਬਦ ਹੈ, ਪਹਿਲਾਂ ਧਰਮਸ਼ਾਲ ਸ਼ਬਦ ਸੀ। ਔਰ ਇਹ ਧਰਮਸ਼ਾਲ ਕਿਸੇ ਖਾਸ ਥਾਂ ਨੂੰ ਨਹੀਂ ਕਿਹਾ ਜਾਂਦਾ ਸੀ। ਜਿੱਥੇ ਰੱਬ ਦੀ ਬੰਦਗੀ ਹੋ ਰਹੀ ਸੀ ਉਹਨੂੰ ਧਰਮਸ਼ਾਲ ਕਹਿਣ ਲੱਗ ਪਏ। ਤਾਂ ਹੀ ਤੇ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਨਾ ਵੀ ਘਰ ਘਰ ਅੰਦਰ ਧਰਮਸ਼ਾਲ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਰੱਬ ਦੀ ਬਾਣੀ ਘਰ ਘਰ ਦੇ ਵਿੱਚ ਪੜ੍ਹੀ ਜਾਣ ਲੱਗ ਪਈ, ਔਰ ਉਹ ਘਰ ਘਰ ਦੇ ਵਿੱਚ ਹੀ ਧਰਮਸ਼ਾਲ ਬਣ ਗਈ। ਮਾਨੋ
ਉਹ ਹਰ ਇੱਕ ਘਰ ਜਿਹੜਾ ਸੀ ਧਰਮਸ਼ਾਲ ਬਣ ਕੇ ਪ੍ਰਗਟ ਹੋ ਗਿਆ, ਗੁਰੂ ਦਾ ਘਰ ਬਣ ਕੇ ਪ੍ਰਗਟ ਹੋ ਗਿਆ, ਰੱਬ ਦਾ ਘਰ ਬਣ ਕੇ ਪ੍ਰਗਟ ਹੋ ਗਿਆ। ਜਦ ਰੱਬ ਦੀ ਵਡਿਆਈ, ਜਿੱਥੇ ਗੁਰੂ ਦੀ ਬਾਣੀ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਛੋਆ। ਮੇਰੇ ਸਤਿਗੁਰੂ ਜੀ ਕਹਿੰਦੇ ਇਸ ਗੱਲ ਨੂੰ ਸਮਝ ਪਿਆਰਿਆ, ਅਸਲ ਵਿੱਚ ਤੂੰ ਇੱਕ ਪਰਮੇਸ਼ਰ ਦਾ ਪੁਜਾਰੀ ਬਣਨਾ ਹੈ। ਉਹ ਪਰਮੇਸ਼ਰ ਜਿਸ ਵਰਗਾ ਦੂਜਾ ਕੋਈ ਵੀ ਨਹੀਂ। ਉਹ ਪਰਮੇਸ਼ਰ ਜਿਹੜਾ ਸਦੀਵ ਤੇਰੇ ਕੋਲ ਹੈ, ਤੇਰੇ ਨਾਲ ਹੈ। ਉਹਦੇ ਨਾਲ ਆਪਣੀ ਸਾਂਝ ਬਣਾ ਕੇ ਕਿਤੇ ਵਿਚਰੇ ਨਾ, ਫਿਰ ਤੇਰੇ ਜੀਵਨ ਦੇ ਅੰਦਰ ਟਿਕਾ ਬਣੇਗਾ। ਤੂੰ ਆਪ ਇਹ ਗੱਲ ਕਹੇਗਾ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾ ਭਉ ਕਿਹਾ। ਕਾੜਾ ਜੀ, ਉਹ ਮੇਰੇ ਮਾਲਕਾ ਡਰ ਮੈਨੂੰ ਕਾਹਦਾ, ਤੂੰ ਸਾਰੀਆਂ ਥਾਵਾਂ ਤੇ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਤੇਰੇ ਵਰਗਾ ਦੂਜਾ ਕੋਈ ਨਹੀਂ ਹੋ ਸਕਦਾ। ਤੇਰੇ ਵਰਗਾ ਦੂਜਾ ਕੌਣ ਹੋ ਸਕਦਾ? ਇਸ ਕਰਕੇ ਆਰੰਭਤਾ ਵਿੱਚ ਦੇਖਣਾ ਵੀ ਇੱਕ ਓੰਕਾਰ ਪਰਮੇਸ਼ਰ ਇੱਕ ਹੈ, ਉਸ ਵਰਗਾ ਦੂਜਾ ਕੋਈ ਵੀ ਨਹੀਂ, ਔਰ ਉਹ ਸਾਰਿਆਂ ਦੇ ਵਿੱਚ, ਸਾਰਿਆਂ ਦੇ ਕੋਲ ਮੌਜੂਦ ਹੈ। ਉਹ ਸਾਰਿਆਂ ਦੇ ਨਾਲ ਹੈ। ਇਹ ਨਹੀਂ ਕਿ ਉਹ ਭਗਤਾਂ ਦੇ ਕੋਲ ਹੈ, ਉਹ ਪਾਪੀਆਂ ਦੇ ਵੀ ਕੋਲ ਹੈ। ਭਗਤਾਂ ਨੂੰ ਉਹ ਨਜ਼ਰ ਆਉਂਦਾ ਹੈ, ਪਾਪੀਆਂ ਨੂੰ ਉਹ ਨਜ਼ਰ ਨਹੀਂ ਆਉਂਦਾ। ਭਗਤਾਂ ਨੂੰ ਇਹ ਅਹਿਸਾਸ ਤੇ ਵਿਸ਼ਵਾਸ ਰਹਿੰਦਾ ਵੀ ਉਹ ਮਾਲਕ ਤੇ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਤਨੰਤਰ ਨਾਮਾ ਪਰਣਵੈ ਪੂਰ ਰਹਿਓ, ਤੂੰ ਸਰਵ ਮਹੀ। ਭਗਤਾਂ ਨੂੰ ਇਹ ਵਿਸ਼ਵਾਸ ਤੇ ਅਹਿਸਾਸ ਹੈ ਉਹ ਮਾਲਕ ਤੇ ਸਾਡੇ ਨਾਲ ਹੈ, ਕੋਲ ਹੈ। ਤੇ ਪਾਪੀਆਂ ਨੂੰ ਇਹ ਵਿਸ਼ਵਾਸ ਹੀ ਨਹੀਂ ਹੁੰਦਾ। ਇਸ ਕਰਕੇ ਉਹਨਾਂ ਨੂੰ ਇਉਂ ਲੱਗਦਾ ਵੀ ਰੱਬ ਤੇ ਕਿਸੇ ਖਾਸ ਥਾਂ ਤੇ ਬੈਠਾ ਹੈ, ਖਾਸ ਮੂਰਤੀ ਵਿੱਚ ਹੀ ਬੈਠਾ ਹੈ। ਸਤਿਗੁਰੂ ਜੀ ਨੇ ਇਹ ਗੱਲਾਂ ਸਮਝਾਈਆਂ, ਕਹਿੰਦੇ ਪੁੱਤ ਧਿਆਨ ਮਾਰ, ਇੱਕ ਓੰਕਾਰ। ਜੇ ਇੰਨੀ ਕੁ ਗੱਲ ਵੀ ਤੇਰੇ ਦਿਮਾਗ ਵਿੱਚ ਬੈਠ ਜਾਵੇ ਨਾ, ਫਿਰ ਉਸ ਇੱਕ ਤੋਂ ਬਿਨਾਂ ਕਿਸੇ ਹੋਰ ਦਾ ਪੁਜਾਰੀ ਨਹੀਂ ਬਣੇਗਾ। ਭਟਕਣਾ ਹੀ ਇੱਥੇ ਹੈ ਵੀ ਜਦੋਂ ਅਸੀਂ ਇੱਕ ਓੰਕਾਰ ਤੇ ਕਹਿੰਦੇ ਆ, ਪਰ ਉਹਦੇ ਅਰਥਾਂ ਨੂੰ ਸਮਝਦੇ ਨਹੀਂ। ਫਿਰ ਜਣੇ ਖਣੇ ਦੀ ਪੂਜਾ, ਧਾਗੇ ਤਵੀ, ਜਾਦੂ ਟੂਣੇ, ਮੜੀਆਂ ਮਸਾਣ, ਬਾਬੇ ਪੀਰ, ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਆ। ਇਹ ਸਭ ਤੋਂ ਵੱਡੀ ਸਾਡੀ ਬਦਕਿਸਮਤੀ ਹੈ ਵੀ ਅਸੀਂ ਉਹਦੇ ਭਾਵ ਅਰਥਾਂ ਨੂੰ ਨਹੀਂ ਸਮਝੇ। ਉਹਦੇ ਭਾਵ ਅਰਥਾਂ ਨੂੰ ਨਹੀਂ ਸਮਝਿਆ। ਹੁਣ ਜਿਵੇਂ ਆਪਾਂ ਕਦੇ ਅਸੀਂ ਪੜ੍ਹੇ ਲਿਖੇ ਹਾਂ, ਮੇਰੇ ਵਰਗਾ ਵੀ ਕਹੇ ਮੈਂ ਤਾਂ ਬਹੁਤ ਬਾਣੀ ਪੜ੍ਹਦਾ, ਪਰ ਚਿੱਤੇ ਰੱਖਣਾ, ਪੜ੍ਹਨ ਤੋਂ ਦਾ ਲਾਭ ਤਾਂ ਹੈ, ਪੜ੍ਹਨਾ ਤਾਂ ਪੂਰਾ ਗਿਣਿਆ ਜਾਵੇਗਾ ਜੇ ਉਹਨੂੰ ਸਮਝ ਕੇ ਆਪਣੇ ਜੀਵਨ ਨੂੰ ਉਸ ਅਨੁਸਾਰ ਬਤੀਤ ਕਰੇਗਾ। ਮਾਨੋ ਆਪਾਂ ਵੇਖਦੇ ਹਾਂ ਕਈ ਥਾਵਾਂ ਤੇ ਉੱਤੇ ਲਿਖਿਆ ਹੁੰਦਾ ਨੋ ਪਾਰਕਿੰਗ। ਹੁਣ ਲਿਖਿਆ, ਮੇਰੇ ਵਰਗੇ ਨੇ ਪੜ੍ਹ ਵੀ ਲਿਆ। ਪੜ੍ਹਨ ਤੋਂ ਬਾਅਦ ਆਪਣਾ ਵਹੀਕਲ ਉੱਥੇ ਫਿਰ ਪਾਰਕ ਕਰੀ ਜਾਵੇ। ਜਿੱਥੇ ਨੋ ਪਾਰਕਿੰਗ ਦਾ ਬੋਰਡ ਲੱਗਿਆ ਹੈ, ਆਪਣੀ ਗੱਡੀ ਨੂੰ ਫਿਰ ਉਸੇ ਥਾਂ ਦੇ ਉੱਪਰ ਖੜਾਉਣ ਲੱਗ ਜਾਵੇ। ਤੇ ਜਿਹਨੇ ਲਿਖਿਆ ਹੋਵੇਗਾ ਉਹ ਆ ਕੇ ਗਲ ਪਵੇਗਾ ਕਿ ਨਹੀਂ? ਉਹ ਕਵੇਗਾ ਹੀ ਨਾ ਵੀ ਤੂੰ ਅੰਨਾ ਹੋਇਆ, ਤੈਨੂੰ ਪੜ੍ਹਨਾ ਨਹੀਂ ਆਉਂਦਾ। ਉਹ ਕਵੇਗਾ ਮੈਂ ਪੜ੍ਹ ਵੀ ਲਿਆ। ਫਿਰ ਤੈਨੂੰ ਅਕਲ ਨਹੀਂ ਆਈ ਵੀ ਹੁਣ ਇਸ ਥਾਂ ਦੇ ਉੱਪਰ ਗੱਡੀ ਕਿਉਂ ਖਿਲਾਰੀ? ਉਹ ਪੜ੍ਹਨ ਤੋਂ ਬਾਅਦ ਵੀ ਲਾਹਨਤਾਂ ਹੀ ਖੱਟੇਗਾ। ਆਪਣੀ ਇੱਜ਼ਤ ਨਹੀਂ ਕਰਵਾਏਗਾ, ਬੇਇੱਜ਼ਤੀ ਕਰਵਾਵੇਗਾ, ਕਿਉਂਕਿ ਉਹਨੇ ਪੜ੍ਹ ਤੇ ਲਿਆ, ਪੜ੍ਹਨ ਤੋਂ ਬਾਅਦ ਸਮਝਿਆ ਹੈ ਹੀ ਨਹੀਂ। ਕਈ ਥਾਵਾਂ ਤੇ ਲਿਖਿਆ ਹੋਊਗਾ ਨੋ ਐਂਟਰੀ, ਤੇ ਬੰਦਾ ਨੋ ਐਂਟਰੀ ਦੇ ਵਿੱਚ ਹੀ ਆਪਣੇ ਆਪ ਨੂੰ ਘਸੋੜੀ ਜਾਵੇ ਵੀ ਅੰਦਰ ਜਾਣਾ ਸਖਤ ਮਨਾ ਹੈ। ਹੁਣ ਜੇ ਬੰਦਾ ਉਸ ਥਾਂ ਚੀਜ਼ ਨੂੰ ਪੜ੍ਹਨ ਤੋਂ ਬਾਅਦ ਵੀ ਉਸੇ ਥਾਂ ਦੇ ਵਿੱਚ ਜਾ ਕੇ ਵੜਨ ਦੀ ਗੱਲ ਕਰੇ, ਧੱਕੇ ਮਾਰੇਗਾ, ਖਾਵੇਗਾ ਨਹੀਂ। ਮਾਲਕ ਧੱਕੇ ਮਾਰ ਕੇ ਬਾਹਰ ਕੱਢੇਗਾ, ਤੈਨੂੰ ਕਿਹਨੇ ਕਿਹਾ ਅੰਦਰ ਆਉਣ? ਉਹ ਕਹੇਗਾ ਮੈਂ ਪੜ੍ਹਿਆ।
ਉਹ ਕਹਿੰਦੇ ਮੂਰਖਾ, ਜੇ ਤੂੰ ਨਾ ਪੜਿਆ ਹੁੰਦਾ ਫਿਰ ਤੇ ਤੈਨੂੰ ਅਸੀਂ ਬਖਸ਼ ਦਿੰਦੇ, ਤੂੰ ਤੇ ਪੜਨ ਤੋਂ ਬਾਅਦ ਵੀ ਉਲਟਾ ਕੰਮ ਕਰਦਾ ਹੈ। ਔਰ ਇਹੀ ਗੱਲ ਹੈ, ਸਤਿਗੁਰੂ ਜੀ ਦੀ ਬਾਣੀ ਵਿੱਚ ਆ ਸਰੀਰ ਰੂਪੀ ਗੱਡੀ ਨੂੰ ਕਈ ਥਾਵਾਂ ਦੇ ਉੱਪਰ ਨੋ ਐਂਟਰੀ ਹੈ ਤੇ ਨੋ ਪਾਰਕਿੰਗ ਹੈ, ਪਰ ਅਸੀਂ ਬਾਣੀ ਪੜ੍ਹੀ ਵੀ ਜਾਂਦੇ ਆ, ਪਰ ਉਸੇ ਥਾਂ ਤੇ ਆਪਣੀ ਸਰੀਰ ਰੂਪੀ ਗੱਡੀ ਨੂੰ ਪਾਰਕ ਵੀ ਕਰੀ ਜਾਂਦੇ ਆ। ਜਿੱਥੇ ਸਤਿਗੁਰੂ ਜੀ ਨੇ ਨੋ ਐਂਟਰੀ ਕੀਤੀ ਹੈ ਨਾ ਸਾਡੀ, ਅਸੀਂ ਆਪਣੀ ਸਰੀਰ ਰੂਪੀ ਗੱਡੀ ਨੂੰ, ਆਪਣੇ ਜੀਵਨ ਨੂੰ, ਆਪਣੇ ਆਪ ਨੂੰ ਉਸੇ ਥਾਂ ਦੇ ਉੱਪਰ ਐਂਟਰ ਕਰੀ ਵੀ ਜਾਂਦੇ ਆ, ਜਾਈ ਵੀ ਉੱਥੇ ਜਾਂਦੇ ਆ। ਫਿਰ ਕਹਿੰਦੇ ਆ ਗੁਰੂ ਜੀ ਕਿਰਪਾ ਕਰਨ। ਗੁਰੂ ਜੀ ਕਿਰਪਾ ਕਿਵੇਂ ਕਰਨਗੇ ਬਈ? ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਏਡੀ ਵੱਡੀ ਗੱਲ ਕਹੀ ਨਾ, ਵੀ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜਿਉ ਬਾਂਸ ਬਜਾਈਐ ਫੂਕ। ਕਹਿੰਦੇ ਗੁਰੂ ਵੀ ਕੀ ਕਰੇ, ਸਤਿਗੁਰੂ ਜੀ ਤੇ ਸਮਝਾ ਰਹੇ ਨੇ। ਹੁਣ ਜਿਵੇਂ ਟੀਚਰ ਦੀ ਗੱਲ ਕਰ ਲਈਏ, ਟੀਚਰ ਸਾਰਾ ਸਾਲ ਪੜਾਉਂਦਾ ਹੈ, ਕਿਸੇ ਨੂੰ ਖਾਸ ਥੋੜੀ ਪੜਾਇਆ ਵੀ ਇਹਨੂੰ ਮੈਂ ਖਾਸ ਵੱਖਰੇ ਤਰੀਕੇ ਨਾਲ ਪੜਾਉਣਾ। ਲੈਕਚਰ ਤੇ ਜਾਂ ਸਿਲੇਬਸ ਤੇ ਜਾਂ ਆਪਣਾ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਆਵਾਜ਼ ਤੇ ਇੱਕੋ ਜੀ ਦਿੰਦਾ ਹੈ ਨਾ। ਹੁਣ ਜਿਹੜੇ ਬੱਚੇ ਆਪਣੇ ਟੀਚਰ ਦੀ ਗੱਲ ਨੂੰ ਧਿਆਨ ਦੇ ਕੇ ਸੁਣ ਲੈਣ, ਸਮਝ ਲੈਣ, ਉਹ ਵਧੀਆ ਨੰਬਰ ਲੈ ਕੇ ਪਾਸ ਹੋ ਜਾਂਦੇ। ਤੇ ਕਈ ਬੱਚੇ ਇਦਾਂ ਦੇ ਨੇ ਜਿਹੜੇ ਆਪਣੇ ਟੀਚਰ ਦੀ ਗੱਲ ਨੂੰ ਬਹੁਤੀ ਮਹਾਨਤਾ ਦਿੰਦੇ ਹੀ ਨਹੀਂ, ਉਹ ਫੇਲ ਹੋ ਜਾਂਦੇ ਨੇ। ਹੁਣ ਇਹਦੇ ਵਿੱਚ ਟੀਚਰ ਦਾ ਕੀ ਦੋਸ਼? ਹੁਣ ਚੇਤੇ ਰੱਖਣਾ ਵੀ ਸਕੂਲ ਬਦਲਣ ਦੀ ਗੱਲ ਨਹੀਂ, ਵੀ ਬੰਦਾ ਕਹੇ ਵੀ ਇਹਦੇ ਆਹ ਸਕੂਲ 'ਚ ਮੈਂ ਫੇਲ ਹੋ ਗਿਆ, ਮੈਂ ਦੂਜੇ ਸਕੂਲ 'ਚ ਲੱਗਣਾ। ਸਕੂਲ ਬਦਲਣ ਦੇ ਨਾਲ ਸਫਲਤਾ ਨਹੀਂ ਮਿਲਣੀ, ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੇ ਆਪ ਨੂੰ ਬਦਲਣਾ ਪੈਣਾ, ਤਾਂ ਕੁਝ ਪ੍ਰਾਪਤੀ ਹੈ। ਤੇ ਸਤਿਗੁਰੂ ਜੀ ਦੀ ਬਾਣੀ ਨੇ ਇਹੀ ਤੇ ਗੱਲ ਸਮਝਾਈ ਹੈ। ਕਹਿੰਦੇ ਪੁੱਤ ਤੇਰੇ ਜੀਵਨ ਦੀ ਗੱਲ ਇਦਾਂ ਦੀ ਹੈ ਵੀ ਗੁਰੂ ਦੀ ਬਾਣੀ ਨੂੰ ਤੂੰ ਪੜ੍ਹਦਾ ਹੈ। ਸਤਿਗੁਰੂ ਜੀ ਦੀ ਬਾਣੀ ਨੇ ਕਈ ਥਾਵਾਂ ਦੀ ਨੋ ਐਂਟਰੀ ਵੀ ਕੀਤੀ ਹੈ ਤੇ ਕਈ ਥਾਵਾਂ ਤੇ ਨੋ ਪਾਰਕਿੰਗ ਵੀ ਕਿਹਾ ਵੀ ਨਾ ਇਧਰਲੇ ਪਾਸੇ ਜਾਈ। ਤੇ ਜੇ ਤੂੰ ਇੱਕ ਸ਼ਬਦ ਪੜਿਆ ਨਾ ਵੀ ਇੱਕ ਓੰਕਾਰ, ਫਿਰ ਇਹ ਤੋਂ ਬਾਅਦ ਤੇ ਦੂਜਾ ਸਵਾਲ ਹੀ ਨਹੀਂ ਪੈਦਾ ਹੋਣਾ ਚਾਹੀਦਾ, ਅਸੀਂ ਅੰਮ੍ਰਿਤ ਛਕਿਆ। ਹੁਣ ਧਿਆਨ ਮਾਰਨਾ, ਅਸੀਂ ਅੰਮ੍ਰਿਤ ਛਕੇ ਦੀ ਪਹਿਚਾਣ ਕੀ ਰੱਖਦੇ ਹਾਂ? ਕੱਲੀ ਵੀ 5 ਕਕਾਰਾਂ ਦੀ ਵਰਦੀ ਪਾਈ ਹੈ, ਇਹੀ ਹੈ ਸਾਡੀ ਸੋਚ। ਤੇ ਇਹੀ ਕਹਿੰਦੀ ਹੈ ਵੀ 5 ਕਕਾਰਾਂ ਦੀ ਵਰਦੀ ਪਹਿਨੀ ਹੈ, ਇਹ ਅੰਮ੍ਰਿਤਧਾਰੀ ਹੈ। ਪਰ ਗੁਰੂ ਨੇ ਬਹੁਤ ਡੂੰਘੀ ਰਮਜ ਦਿੱਤੀ ਸੀ। ਪਾਤਸ਼ਾਹ ਜੀ ਕਹਿੰਦੇ ਭੇਖ ਦਾ ਨਾਮ ਅੰਮ੍ਰਿਤਧਾਰੀ ਨਹੀਂ, ਭੇਖ ਦਾ ਨਾਮ ਅੰਮ੍ਰਿਤਧਾਰੀ ਨਹੀਂ, ਉਪਦੇਸ਼ ਦਾ ਨਾਮ ਅੰਮ੍ਰਿਤਧਾਰੀ ਹੈ। ਜਾਂ ਇਉਂ ਦੱਸ ਦਿਓ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਵੇਂ ਚੋਲਾ ਪਵਾਤਾ ਸੀ ਵੀ 5 ਕਕਾਰ ਪਹਿਨ ਲਓ ਵੀ ਤੁਸੀਂ ਅੰਮ੍ਰਿਤਧਾਰੀ ਹੋ ਗਏ। 5 ਕਕਾਰ ਦੇਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਬਾਣੀਆਂ ਦੀ ਵਿਚਾਰ ਰੱਖੀ ਹੈ। ਬਾਣੀਆਂ ਪੜ੍ਹੀਆਂ ਕਿ ਨਹੀਂ ਪੜ੍ਹੀਆਂ? 5 ਕਕਾਰ ਪਹਿਨਾਉਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਸਾਨੂੰ ਮਰਿਆਦਾ ਦ੍ਰਿੜ ਕਰਵਾਈ ਹੈ। ਕਿਹਾ ਸੀ ਨਾ ਇਹ ਬਚਨ ਵੀ ਆਪਣੇ ਜੀਵਨ ਦੇ ਅੰਦਰ ਮਾਲਕ ਪਰਮੇਸ਼ਰ ਇੱਕ ਹੈ, ਉਹਦੇ ਨਾਲ ਹੀ ਜੁੜਨਾ, ਉਹਦੇ ਨਾਲ ਸਾਂਝ ਬਣਾਈ। ਇੱਕ ਪਰਮੇਸ਼ਰ ਤੋਂ ਬਿਨਾਂ, ਏਕ ਬਿਨਾਂ ਮਨ ਨੈਕ ਨਾ ਆਨੈ, ਇੱਕ ਤੋਂ ਬਿਨਾਂ ਕੋਈ ਦੂਜਾ ਭੁੱਲ ਕੇ ਵੀ ਤੇਰੇ ਧਿਆਨ ਵਿੱਚ ਨਾ ਆਵੇ। ਜੇ ਤੂੰ ਅੰਮ੍ਰਿਤ ਛਕਣ ਲੱਗੇ, ਆਪਣੇ ਜੀਵਨ ਵਿੱਚ ਇਸ ਗੱਲ ਨੂੰ ਸਮਝ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 5 ਕਕਾਰਾਂ ਦੀ ਵਰਦੀ ਦੇਣ ਤੋਂ ਪਹਿਲਾਂ 5 ਬਾਣੀਆਂ ਦੀ ਗੱਲ ਆਉਂਦੀ ਹੈ। ਤੇ ਉਹਨਾਂ 5 ਬਾਣੀਆਂ ਦੇ ਵਿੱਚ ਪ੍ਰਥਮ ਬਾਣੀ ਜਪਜੀ ਸਾਹਿਬ ਹੈ। ਔਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਅੱਖਰ ਹੀ ਇੱਕ ਹੈ। ਤੇ ਇਹ ਇੱਕ ਕੀ ਕਹਿੰਦਾ ਹੈ ਵੀ ਇੱਕ ਤੋਂ ਬਿਨਾਂ ਕਿਸੇ ਦੂਜੇ ਦਾ ਪੁਜਾਰੀ ਨਹੀਂ ਬਣਨਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹੀ ਇਹ ਗੱਲ ਕਹੀ, ਕਹਿੰਦੇ ਅੰਮ੍ਰਿਤ ਪੀਆ ਸਤਿਗੁਰ ਦੀ ਆ। ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ
ਤੇ ਅਸੀਂ ਗੁਰੂ ਦੇ ਕੋਲੋਂ ਅੰਮ੍ਰਿਤ ਪੀਤਾ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਜੀ, ਉਹਦੀ ਪਹਿਚਾਣ ਕੀ ਹੋਈ? ਧਿਆਨ ਮਾਰਿਓ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਕਹਿੰਦੇ ਫਿਰ ਉਹ ਕਿਸੇ ਹੋਰ ਦੂਜੇ ਤੀਜੇ ਦੇ ਪੁਜਾਰੀ ਨਹੀਂ ਬਣਦੇ। ਉਹ ਤੇ ਕਹਿੰਦੇ ਨੇ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਹ ਕਹਿੰਦੇ ਫਿਰ ਇੱਕ ਹੀ ਹੈ ਸਾਡਾ, ਤੇ ਹੁਣ ਅਸੀਂ ਦੂਜੇ ਤੀਜੇ ਦੇ ਪੁਜਾਰੀ ਨਹੀਂ। ਅਸੀਂ ਤੇ ਉਸ ਇੱਕ ਦੇ ਨਾਲ ਜੁੜਨਾ ਹੈ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦੇ ਅੰਗ ਸੰਗ ਹੈ, ਜਿਸ ਵਰਗਾ ਦੂਜਾ ਹੈ ਹੀ ਕੋਈ ਨਹੀਂ। ਹੁਣ ਏਡੀ ਵੱਡੀ ਗੱਲ ਸਤਿਗੁਰੂ ਜੀ ਨੇ ਸਾਨੂੰ ਸਮਝਾਈ, ਦੱਸਿਆ ਵੀ ਪੁੱਤ ਆਪਣੇ ਜੀਵਨ ਦੇ ਵਿੱਚ ਰੱਬ ਦੇ ਗੁਣਾਂ ਨੂੰ ਸਮਝ। ਪਹਿਲੀ ਗੱਲ ਹੀ ਇੱਥੇ ਖਲੋ ਜਾ, ਰੁਕ ਜਾ। ਇੱਕ ਓੰਕਾਰ, ਪਰਮੇਸ਼ਰ ਇੱਕ ਹੈ। ਓੰਗ ਸ਼ਬਦ ਕਹਿ ਰਿਹਾ ਉਸ ਵਰਗਾ ਦੂਜਾ ਕੋਈ ਵੀ ਨਹੀਂ। ਐਵੇਂ ਨਾ ਲੱਭਣ ਤੁਰ ਪਵੇਂ, ਐਵੇਂ ਨਾ ਭਟਕਣਾ ਵਿੱਚ ਪੈ ਜਾ, ਔਰ ਕਿਸੇ ਹੋਰ ਪਾਸੇ ਝਾਕਣ ਦੀ ਲੋੜ ਨਹੀਂ। ਕਾਰ ਉਹ ਤੇਰੇ ਨਾਲ ਹੈ। ਜੇ ਉਹਨੂੰ ਲੱਭਣਾ ਹੀ ਹੈ ਨਾ, ਪਾਤਸ਼ਾਹ ਜੀ ਦੀ ਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਵਚਨ ਹੈ। ਸਾਹਿਬ ਜੀ ਕਹਿੰਦੇ ਕਾਹੇ ਰੇ ਬੰਨ ਖੋਜਨ ਜਾਈ। ਕਹਿੰਦੇ ਐਵੇਂ ਜੰਗਲਾਂ ਵਿੱਚ ਲੱਭਣ ਕਿਉਂ ਤੁਰਿਆ? ਕਾਹੇ ਰੇ ਬੰਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿੰਦੇ ਪਿਆਰਿਆ, ਜਿਹੜਾ ਸਾਰਿਆਂ ਦੇ ਵਿੱਚ ਨਿਵਾਸ ਕਰਨ ਵਾਲਾ ਨਾ, ਸਰਬ ਨਿਵਾਸੀ ਹੈ, ਔਰ ਸਾਰਿਆਂ ਤੋਂ ਨਿਰਲੇਪ ਵੀ ਹੈ, ਸਦਾ ਅਲੇਪਾ, ਵੱਖ ਵੀ ਹੈ। ਤੋਹੀ ਸੰਗ ਸਮਾਈ, ਉਹ ਤੇਰੇ ਵਿੱਚ ਵੀ ਸਮਾਇਆ ਹੋਇਆ, ਤੇਰੇ ਨਾਲ ਵੀ ਹੈ, ਤੇਰੇ ਕੋਲ ਵੀ ਹੈ, ਤੇਰੇ ਕੋਲ ਵੀ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਉਹ ਤੇਰੇ ਵਿੱਚ ਪਤਾ ਕਿਵੇਂ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਪੁਹਪ ਮਦ ਜਿਉ ਬਾਸ ਵਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਪਾਤਸ਼ਾਹ ਜੀ ਕਹਿੰਦੇ ਉਹ ਰੱਬ ਪਤਾ ਤੇਰੇ ਵਿੱਚ ਕਿਵੇਂ ਸਮਾਇਆ ਹੋਇਆ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ। ਹੁਣ ਧਿਆਨ ਮਾਰਿਓ, ਅਸੀਂ ਫੁੱਲ ਦਾ ਰੰਗ ਵੇਖਾਂ, ਆਕਾਰ ਵੇਖੀਏ, ਉਹਦੀ ਸੁੰਦਰਤਾ ਨੂੰ ਵੇਖੀਏ, ਅਸੀਂ ਫੁੱਲ ਦਾ ਰੰਗ ਤੇ ਦੱਸ ਸਕਦੇ ਹਾਂ, ਆਕਾਰ ਤੇ ਦੱਸ ਸਕਦੇ ਹਾਂ, ਉਹਦੀ ਬਾਹਰੀ ਤੌਰ ਤੇ ਦਿੱਖ ਤੇ ਦੱਸ ਸਕਦੇ ਹਾਂ, ਪਰ ਇਹ ਦੱਸ ਸਕਦੇ ਹਾਂ ਉਹਦੀ ਸੁਗੰਧੀ ਕਿੱਦਾਂ ਦੀ ਹੈ, ਸੁਗੰਧੀ ਦਾ ਆਕਾਰ ਕਿੱਦਾਂ ਦਾ ਹੈ, ਸੁਗੰਧੀ ਦਾ ਆਕਾਰ ਕਿੱਦਾਂ ਦਾ, ਅਸੀਂ ਇਹ ਕਦੇ ਵੀ ਨਹੀਂ ਦੱਸ ਸਕਦੇ, ਕਿਉਂਕਿ ਉਹਦੇ ਵਿੱਚ ਜਿਹੜੀ ਖੁਸ਼ਬੂ ਹੈ ਨਾ, ਮਹਿਕ ਹੈ, ਸੁਗੰਧੀ ਹੈ, ਉਹ ਆਕਾਰ ਤੋਂ ਬਿਨਾਂ ਹੈ, ਉਹ ਆਕਾਰ ਤੋਂ ਬਿਨਾਂ ਹੈ, ਉਹਦਾ ਕੋਈ ਆਕਾਰ ਨਹੀਂ। ਪਰ ਫੁੱਲ ਦੇ ਵਿੱਚ ਹੈ ਜ਼ਰੂਰ, ਸੁਗੰਧੀ ਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ, ਪਰ ਹੈ ਫੁੱਲ ਦੇ ਵਿੱਚ ਹੀ। ਪਾਤਸ਼ਾਹ ਜੀ ਕਹਿੰਦੇ ਬਸ ਏਦਾਂ ਹੀ, ਉਹ ਜਿਵੇਂ ਤੇਰੇ ਸਰੀਰ ਰੂਪੀ ਫੁੱਲ ਦਾ ਕੋਈ ਨਾ ਕੋਈ ਰੰਗ ਹੈ, ਕੋਈ ਨਾ ਕੋਈ ਆਕਾਰ ਹੈ, ਕੋਈ ਨਾ ਕੋਈ ਰੂਪ ਹੈ, ਪਰ ਤੇਰੇ ਵਿੱਚ ਬੈਠੇ ਹੋਏ ਰੱਬ ਦਾ ਕੋਈ ਆਕਾਰ ਨਹੀਂ, ਪਰ ਹੈ ਤੇਰੇ ਵਿੱਚ ਹੀ, ਹੈ ਤੇਰੇ ਵਿੱਚ ਹੀ, ਪਰ ਤੇਰੇ ਤੋਂ ਨਿਰਲੇਪ ਵੀ ਹੈ। ਮੁਕਰ ਮਾਹੇ ਜਹ ਛਾਈ, ਮੁਕਰ ਦਾ ਅਰਥ ਹੈ ਸੀਸਾ। ਜਿਵੇਂ ਸੀਸੇ ਦੇ ਵਿੱਚ ਤੇਰਾ ਆਪਣੀ ਤਸਵੀਰ ਨਜ਼ਰ ਆ ਰਹੀ ਹੈ, ਆਪਣੀ ਫੋਟੋ ਨਜ਼ਰ ਆ ਰਹੀ ਹੈ, ਕਹਿੰਦੇ ਫੋਟੋ ਤੇ ਨਜ਼ਰ ਆ ਰਹੀ ਹੈ, ਪਰ ਉਹ ਫੋਟੋ ਉਸ ਸੀਸੇ ਤੋਂ ਨਿਰਲੇਪ ਵੀ ਹੈ। ਜੇ ਕੋਈ ਕਹੇ ਵੀ ਆ ਸੀਸੇ ਵਿੱਚ ਜਿਹੜਾ ਰੂਪ ਨਜ਼ਰ ਆ ਰਿਹਾ, ਮੈਂ ਇਹਨੂੰ ਫੜਨਾ ਹੈ, ਫੜ ਸਕਦਾ?
ਜੇ ਕੋਈ ਕਹੇ ਵੀ ਆ ਜਿਹੜਾ ਸੀਸੇ ਦੇ ਵਿੱਚ ਅੱਖਾਂ ਨਜ਼ਰ ਆਉਂਦੀਆਂ, ਮੈਂ ਇਸ ਅੱਖ ਵਿੱਚ ਉਂਗਲ ਮਾਰਾਂਗਾ, ਮਾਰ ਸਕਦਾ ਹੈ? ਹੁਣ ਧਿਆਨ ਮਾਰ। ਹੁਣ ਉਹ ਸੀਸਾ ਜਿਹੜਾ ਹੈ ਨਾ, ਉਸ ਰੂਪ ਨੂੰ ਦਿਖਾ ਤੇ ਰਿਹਾ ਹੈ, ਪਰ ਉਸ ਦੇ ਰੰਗ ਰੂਪ ਆਕਾਰ ਤੋਂ ਨਿਰਲੇਪ ਹੈ। ਕਹਿੰਦੇ ਇਸੇ ਤਰ੍ਹਾਂ ਹੀ ਰੱਬ ਆਪਣੇ ਆਪ ਦੇ ਵਿੱਚ ਬੰਦਿਆ ਤੈਨੂੰ ਦਿਖਾ ਤੇ ਰਿਹਾ ਹੈ, ਪਰ ਤੇਰੇ ਤੋਂ ਨਿਰਲੇਪ ਵੀ ਹੈ, ਤੂੰ ਉਹਦੇ ਵਿੱਚ ਹੀ ਮੌਜੂਦ ਹੈ। ਉਹ ਤੇਰੇ ਨਾਲ ਹੈ, ਤੇਰੇ ਤੋਂ ਵੱਖ ਨਹੀਂ। ਇੱਕ ਓੰਕਾਰ, ਉਹ ਪਰਮੇਸ਼ਰ ਇੱਕ ਹੈ। ਓੰ, ਉਹ ਉਸ ਵਰਗਾ ਦੂਜਾ ਕੋਈ ਵੀ ਨਹੀਂ। ਤੇ ਜਿੱਦਣ ਇਹ ਗੱਲ ਸਮਝ ਲੱਗ ਗਈ, ਉਦਣ ਸ਼ਬਦ ਕਹਾਂਗੇ ਕਿ ਤੁਧ ਬਿਨ ਦੂਜਾ ਨਾਹੀ ਕੋਏ, ਉਹ ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜਿੱਦਣ ਸਾਨੂੰ ਪਤਾ ਲੱਗ ਗਿਆ ਕਿ ਉਸ ਵਰਗਾ ਦੂਜਾ ਕੋਈ ਵੀ ਨਹੀਂ, ਉਦਣ ਇਹ ਗੱਲ ਕਹਾਂਗੇ ਕਿ ਤੁਧਨੋਂ ਛੋੜ ਜਾਈਐ ਪ੍ਰਭ ਕੈ ਧਰ। ਰੱਬਾ ਤੈਨੂੰ ਛੱਡ ਕੇ ਜਾਈਏ ਕਿਹਦੇ ਕੋਲ? ਤੈਨੂੰ ਛੱਡ ਕੇ ਕਿਹਦੀ ਪੂਜਾ ਕਰਨ ਤੁਰ ਜਾਈਏ? ਤੁਧਨੋਂ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸਮਸਰ। ਬੀਆ ਦਾ ਅਰਥ ਹੁੰਦਾ ਦੂਜਾ, ਸਮਸਰ ਦਾ ਮਤਲਬ ਹੈ ਬਰਾਬਰ ਦਾ। ਤੇਰੇ ਬਰਾਬਰ ਦਾ ਦੂਜਾ ਹੈ ਹੀ ਕੋਈ ਨਹੀਂ। ਜੇ ਹੋਵੇ ਕੋਈ ਤਾਂ ਤੇ ਜਮ। ਆਨ ਨਾ ਬੀਆ ਤੇਰੀ ਸਮਸਰ, ਤੇਰੇ ਸੇਵਕ ਕੋ ਕਿਸ ਕੇ ਕਾਣ। ਜਿਹੜਾ ਤੇਰਾ ਸੇਵਕ ਬਣ ਗਿਆ, ਉਹ ਕਿਸੇ ਹੋਰ ਦਾ ਨੌਕਰ ਬਣ ਹੀ ਨਹੀਂ ਸਕਦਾ। ਸਾਕਤ ਭੂਲਾ ਫਿਰੈ ਬਿਬਾਨ, ਜਿਹੜਾ ਤੇਰੇ ਨਾਲੋਂ ਟੁੱਟਿਆ ਮਾਲਕਾ, ਉਹੀ ਥਾਂ ਥਾਂ ਤੇ ਧੱਕੇ ਖਾਂਦਾ ਹੈ। ਜਿਹੜਾ ਤੇਰੇ ਨਾਲ ਜੁੜ ਗਿਆ, ਜਿਹਨੂੰ ਪਤਾ ਲੱਗ ਗਿਆ ਤੇਰੇ ਵਰਗਾ ਤੇ ਹੈ ਹੀ ਕੋਈ ਨਹੀਂ, ਉਹ ਕਿਸੇ ਹੋਰ ਦੇ ਪਾਸੇ ਜਾ ਹੀ ਨਹੀਂ ਸਕਦਾ, ਕਿਸੇ ਹੋਰ ਦਾ ਪੁਜਾਰੀ ਬਣ ਹੀ ਨਹੀਂ ਸਕਦਾ। ਹੁਣ ਧਿਆਨ ਮਾਰਿਓ, ਜਿਨ੍ਹਾਂ ਪਿਆਰਿਆਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਨਾ, ਉਸ ਇੱਕ ਵਰਗਾ ਦੂਜਾ ਹੈ ਹੀ ਕੋਈ ਨਹੀਂ, ਉਹੀ ਪਿਆਰੇ ਤੇ ਸ਼ਬਦ ਕਹਿੰਦੇ ਨੇ ਕਿ ਮੇਰੇ ਮਾਲਕ ਜੀ, ਮੇਰੇ ਜੀਵਨ ਦਾ ਸਭ ਕੁਝ ਤੂੰ ਹੈ, ਮੈਂ ਤਾਣ ਦੀਵਾਨ ਤੂੰ ਹੈ। ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੁਣ ਧਿਆਨ ਮਾਰ, ਜਿਹੜੇ ਪਿਆਰੇ ਨੂੰ ਇਸ ਗੱਲ ਦੀ ਸਮਝ ਲੱਗ ਗਈ ਨਾ, ਓੰ, ਉਸ ਵਰਗਾ ਦੂਜਾ ਕੋਈ ਵੀ ਨਹੀਂ। ਉਹ ਕਹਿੰਦਾ ਮੇਰੇ ਮਾਲਕ ਜੀ, ਮੈਂ ਹੋਰ ਥਾਉ ਨਹੀਂ, ਮੇਰੇ ਲਈ ਕੋਈ ਹੋਰ ਥਾਂ ਹੈ ਹੀ ਨਹੀਂ ਜਿੱਥੇ ਜਾ ਕੇ ਅਰਦਾਸ ਕਰਾਂ। ਤੇਰੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ। ਧੰਨ ਰਵਿਦਾਸ ਮਹਾਰਾਜ ਜੀ ਕਹਿੰਦੇ, ਰੱਬ ਜੀ, ਮੈਂ ਇਸ ਸੰਸਾਰ ਦੇ ਵਿੱਚ ਵਿਚਰਦਾ ਪਿਆ, ਪਰ ਜਿੱਥੇ ਵੀ ਜਾਣਾ ਨਾ, ਤੇਰੀ ਉਹ ਸੇਵਾ ਵਿੱਚ ਜੁੜਦਾ। ਜਿੱਥੇ ਵੀ ਜਾਣਾ ਤੇਰੀ ਉਹ ਪੂਜਾ ਕਰਦਾ, ਤੇਰੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਕਿੱਡਾ ਪਿਆਰਾ ਸ਼ਬਦ ਉਹਨਾਂ ਨੇ ਕਿਹਾ। ਉਹ ਕਹਿੰਦੇ, ਜਹਾਂ ਜਹਾਂ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ, ਤੁਮਰੇ ਭਜਨ ਕਟੈ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸਾ। ਕਹਿੰਦੇ ਰੱਬਾ, ਜਿੱਥੇ ਜਿੱਥੇ ਵੀ ਜਾਵਾਂ ਨਾ, ਤੇਰੀ ਉਹ ਪੂਜਾ ਕਰਦਾ ਮੈਂ, ਕਿਸੇ ਜਣੇ ਖਾਣੇ ਦਾ ਪੁਜਾਰੀ ਨਹੀਂ, ਕਿਉਂਕਿ ਤੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਔਰ ਜਿੱਥੇ ਵੀ ਜਾਣਾ ਤੂੰ ਮੇਰੇ ਨਾਲ ਹੀ ਹੈ, ਮੇਰੇ ਕੋਲ ਹੈ, ਤੇਰੇ ਵਰਗਾ ਕੋਈ ਨਹੀਂ। ਔਰ ਪਿਆਰਿਓ, ਜਿੱਦਣ ਇਹਨਾਂ ਗੱਲਾਂ ਦੀ ਸਾਨੂੰ ਸਮਝ ਲੱਗ ਗਈ ਨਾ, ਪਰ ਅਸੀਂ ਥਾਂ ਥਾਂ ਦੇ ਪੁਜਾਰੀ ਨਹੀਂ ਬਣਾਂਗੇ, ਥਾਂ ਥਾਂ ਦੇ ਪੁਜਾਰੀ ਨਹੀਂ ਬਣਾਂਗੇ। ਜਿੱਦਣ ਪਹਿਲੇ ਸ਼ਬਦ ਨੂੰ ਹੀ ਸਮਝ ਲਿਆ ਨਾ ਵੀ ਇੱਕ, ਇਹ ਤੋਂ ਬਾਅਦ ਵਿੱਚ ਸਾਡੇ ਜੀਵਨ ਦੇ ਵਿੱਚ ਭਟਕਣਾ ਨਹੀਂ। ਓੰ, ਉਸ ਵਰਗਾ ਦੂਜਾ ਕੋਈ ਨਹੀਂ। ਕਾਰ, ਉਹ ਸਾਡੇ ਨਾਲ ਹੈ, ਸਾਡੇ ਕੋਲ ਹੈ, ਉਹ ਸਦਾ ਅੰਗ ਸੰਗੇ, ਅਭੰਗੰ ਵਿਭੂਤੇ, ਉਹ ਤੇ ਸਦਾ ਸਾਡੇ ਅੰਗ ਸੰਗ ਹੈ।
ਤਾਈਂ ਤੇ ਮੇਰੇ ਸਤਿਗੁਰੂ ਜੀ ਦੀ ਬਾਣੀ ਨੇ ਇਹ ਗੱਲਾਂ ਕਹੀਆਂ ਨਾ ਵੀ ਆਪਣੇ ਮਾਲਕ ਦੇ ਚਰਨਾਂ ਨਾਲ ਜੁੜ। ਜਦੋਂ ਤੂੰ ਉਸ ਮਾਲਕ ਦੇ ਨਾਲ ਜੁੜੇਗਾ ਤੈਨੂੰ ਪਤਾ ਲੱਗੇਗਾ ਮੈਂ ਉਹਦੀ ਸਦਾ ਹਜ਼ੂਰੀ ਦੇ ਵਿੱਚ ਆ, ਉਹ ਤੋਂ ਦੂਰ ਹੈ ਹੀ ਨਹੀਂ। ਮੈਂ ਜਿੱਥੇ ਮਰਜ਼ੀ ਚਲਿਆ ਜਾਵਾਂ ਉਹ ਰੱਬ ਤੇ ਹਰ ਇੱਕ ਥਾਂ ਤੇ ਹੈ, ਹਰ ਇੱਕ ਥਾਂ ਤੇ ਮੌਜੂਦ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਇਹ ਪੁਕਾਰ ਪੁਕਾਰ ਕੇ ਗੱਲਾਂ ਕਹੀਆਂ, ਰੱਬ ਘਟ ਘਟ ਦੇ ਵਿੱਚ ਮੌਜੂਦ ਹੈ, ਜਰੇ ਜਰੇ ਵਿੱਚ ਬੈਠਾ ਹੈ, ਹਰ ਇੱਕ ਥਾਂ ਤੇ ਬੈਠਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹੀ ਤੇ ਗੱਲ ਕਹੀ ਸੀ ਨਾ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਧਿਆਨ ਮਾਰਿਓ, ਇਸ ਪੰਕਤੀ ਵਿੱਚ ਬਹੁਤ ਡੂੰਘੀ ਗੱਲ ਸੀ। ਉਹ ਕਹਿੰਦੇ ਰੱਬ ਨੇ ਆਪਣੀ ਤਾਕਤ ਪ੍ਰਗਟ ਕੀਤੀ, ਇਹ ਸੰਸਾਰ ਸਾਜਿਆ, ਇਹ ਕੁਦਰਤ ਪ੍ਰਗਟ ਕਰ ਦਿੱਤੀ, ਪਰ ਉਹ ਇਹਨੂੰ ਬਣਾਉਣ ਤੋਂ ਬਾਅਦ ਇਹ ਤੋਂ ਦੂਰ ਥੋੜੀ ਗਿਆ, ਬਲਕਿ ਇਸ ਕੁਦਰਤ ਵਿੱਚ ਹੀ ਆਸਣ ਲਾ ਕੇ ਬੈਠ ਗਿਆ। ਕਰ ਆਸਣ ਡਿਠੋ ਚਾਓ। ਕਹਿੰਦੇ ਉਹ ਤੇ ਬੜੇ ਖੁਸ਼ ਹੋ ਕੇ ਇਸ ਸੰਸਾਰ ਰੂਪੀ ਗੁਰੂ ਦੇ ਘਰ ਵਿੱਚ, ਰੱਬ ਆਪਣੇ ਇਸ ਘਰ ਵਿੱਚ ਬੈਠਾ ਹੈ, ਇੱਥੋਂ ਦੂਰ ਥੋੜੀ ਹੈ। ਤਾਂ ਹੀ ਤੇ ਮੇਰੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਹੈ ਵੀ ਪਿਆਰਿਆ ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਇਓ, ਰੱਬ ਤੇਰੇ ਅੰਦਰ ਬੈਠਾ ਹੈ। ਅਸਲੀ ਧਾਰਮਿਕ ਅਸਥਾਨ ਤੇ ਤੇਰਾ ਆਪਣਾ ਸਰੀਰ ਹੈ। ਭਗਤ ਪੀਪਾ ਜੀ ਨੇ ਇਸੇ ਗੱਲ ਕਰਕੇ ਤੇ ਸਾਨੂੰ ਇਹ ਸ਼ਬਦ ਕਿਹਾ ਨਾ ਵੀ ਕਾਇਓ ਦੇਵਲ ਕਾਇਓ ਦੇਵਾ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ, ਕਾਇਓ ਪੂਜੋ ਪਾਤੀ। ਹੇ ਭਾਈ, ਇਹ ਸਰੀਰ ਹੀ ਰੱਬ ਦਾ ਘਰ ਹੈ, ਇਹ ਸਰੀਰ ਹੀ ਅਸਲ ਵਿੱਚ ਸਾਖਸ਼ਾਤ ਰੱਬ ਦਾ ਸਰੂਪ ਹੈ। ਤੂੰ ਇਹਨੂੰ ਆਪਣੇ ਜੀਵਨ ਨੂੰ ਸਮਝ ਕੇ ਨਹੀਂ ਵੇਖਿਆ। ਇਹੀ ਗੱਲ ਤੇ ਕਹੀ ਵੀ ਜੋ ਬ੍ਰਹਮੰਡੇ, ਜਿਹੜਾ ਰੱਬ ਪੂਰੇ ਬ੍ਰਹਮੰਡ ਵਿੱਚ ਹੈ, ਜੋ ਬ੍ਰਹਮੰਡੇ ਸੋਈ ਪਿੰਡੈ, ਉਹ ਤੇਰੇ ਪਿੰਡ ਵਿੱਚ ਵੀ ਹੈ। ਪਿੰਡ ਤੋਂ ਭਾਵ ਇਹ ਪਿੰਡਾ, ਇਹ ਸਰੀਰ ਵਿੱਚ ਵੀ ਉਹੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਖੋਜੇਗਾ ਉਹ ਪਾਵੇਗਾ। ਆਪਣੇ ਜੀਵਨ ਵਿੱਚ ਜੇ ਖੋਜਾਂਗੇ ਤਾਂ ਪਤਾ ਲੱਗੇਗਾ, ਨਹੀਂ ਤੇ ਇੱਕ ਓੰਕਾਰ ਪੜ੍ਹਦਿਆਂ ਨੂੰ ਸਾਲਾਂ ਬੀਤ ਗਏ, ਪਰ ਉਹ ਇੱਕ ਕੌਣ ਹੈ, ਉਹ ਇੱਕ ਕਿੱਥੇ ਹੈ, ਉਹ ਇੱਕ ਕਿਹੋ ਜਿਹਾ ਹੈ, ਪਤਾ ਹੀ ਨਹੀਂ ਲੱਗਿਆ। ਕਿਉਂਕਿ ਬਸ ਪੜ੍ਹਨ ਤੇ ਜ਼ੋਰ ਦਿੱਤਾ ਹੈ, ਖੋਜਣ ਵੱਲ ਧਿਆਨ ਨਹੀਂ। ਜਦੋਂ ਕਿ ਰੋਜ਼ ਆਪਾਂ ਗੁਰੂ ਦੇ ਘਰ ਵਿੱਚ ਆ ਕੇ ਇਹ ਗੱਲ ਗੁਰੂ ਤੋਂ ਦ੍ਰਿੜ ਕਰਦੇ ਆ ਕਿ ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮਹਿ ਲੈ। ਵੀ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਉਹ ਸ਼ਬਦ ਦੀ ਖੋਜ ਕਰੇ। ਰੋਜ਼ ਪੜ੍ਹਦੇ ਪਏ ਆ ਇਹੀ ਪੰਕਤੀ, ਪਰ ਇੱਕ ਓੰਕਾਰ ਦਾ ਮਤਲਬ ਕੀ ਹੈ, ਸਾਨੂੰ ਕੋਈ ਪੁੱਛ ਲਵੇ। ਜੇ ਸਾਡੇ ਬੱਚੇ ਹੀ ਸਾਨੂੰ ਸਵਾਲ ਕਰ ਦੇਣ ਵੀ ਪਿਤਾ ਜੀ ਮਾਤਾ ਜੀ ਆ ਏਕਾ ਲਿਖਿਆ ਹੋਇਆ ਹੈ, ਏਦਾਂ ਇੱਕ, ਇੱਥੇ ਤੁਸੀਂ ਇੱਕ ਪੜ੍ਹਦੇ ਹੋ, ਜਦੋਂ ਅੱਗੇ ਆਉਂਦਾ ਹੈ ਸ਼੍ਰੀ ਰਾਗ ਮਹਿਲਾ, ਉੱਥੇ ਫਿਰ ਇੱਕ ਲਿਖਿਆ ਏਦਾਂ ਦਾ ਹੀ, ਉੱਥੇ ਤੁਸੀਂ ਪਹਿਲਾ ਕਹਿੰਦੇ ਹੋ, ਤੁਸੀਂ ਗਲਤ ਨਹੀਂ ਪੜ੍ਹਦੇ। ਵੀ ਜਦੋਂ ਇਹੀ ਇੱਕ ਓੰਕਾਰ ਦੇ ਅੱਗੇ ਲਿਖਿਆ ਇੱਕ ਕਹਿੰਦੇ ਆ, ਇਹੀ ਏਕਾ, ਇਹੀ ਸਿੰਬਲ ਜਦੋਂ ਮਹਿਲਾ ਦੇ ਅੱਗੇ ਲਿਖਿਆ ਹੋਇਆ ਉੱਥੇ ਪਹਿਲਾ ਕਹਿੰਦੇ ਆ, ਕਿਉਂ? ਸਾਡੇ ਕੋਲ ਜਵਾਬ ਤੇ ਹੋਣਾ ਚਾਹੀਦਾ ਹੈ, ਤੇ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ। ਜਦੋਂ ਆਪਾਂ 14 ਅੰਕ ਜਿੱਥੇ ਸ਼੍ਰੀ ਰਾਗ ਆਰੰਭ ਹੁੰਦਾ ਹੈ ਨਾ,
ਜਦੋਂ ਉਹਦੇ ਉੱਪਰ ਰਾਗ ਨੂੰ ਪੜਾਂਗੇ, ਰਾਗ ਸ਼੍ਰੀ ਰਾਗ ਮਹਿਲਾ, ਇੱਕ ਪਾਉਣ ਤੋਂ ਬਾਅਦ ਨਾ ਨਾਲ ਪੰਜਾਬੀ ਵਿੱਚ ਲਿਖਿਆ ਪਹਿਲਾ। ਸਾਨੂੰ ਦੱਸਿਆ ਵੀ ਪੁੱਤ ਇਸ ਇੱਕ ਨੂੰ ਇੱਕ ਨਹੀਂ ਪੜਨਾ, ਇਸ ਇੱਕ ਨੂੰ ਪਹਿਲਾ ਕਹਿਣਾ। ਕਈ ਥਾਵਾਂ ਦੇ ਉੱਪਰ ਘਰ ਦੋ ਲਿਖਣ ਤੋਂ ਬਾਅਦ ਨਾਲ ਫਿਰ ਪੰਜਾਬੀ ਚ ਲਿਖਿਆ ਸ਼ਬਦਾਂ ਵਿੱਚ ਦੂਜਾ, ਵੀ ਇਹਨੂੰ ਘਰ ਦੋ ਨਹੀਂ ਕਹਿਣਾ, ਇਹਨੂੰ ਦੂਜਾ ਕਹਿਣਾ। ਏਦਾਂ ਹੀ ਮੇਰੇ ਸਤਿਗੁਰੂ ਜੀ ਨੇ ਇੱਥੇ ਗੱਲ ਸਮਝਾਈ ਹੈ ਵੀ ਰੱਬ ਇੱਕ ਹੈ, ਇੱਕ ਦੇ ਨਾਲ ਜੁੜਨਾ ਹੈ। ਇੱਕ ਦਾ ਪੁਜਾਰੀ ਬਣੀ, ਉਸ ਇੱਕ ਵਰਗਾ ਦੂਜਾ ਕੋਈ ਨਹੀਂ, ਉਹ ਸਾਰਿਆਂ ਵਿੱਚ ਮੌਜੂਦ ਹੈ, ਸਾਰਿਆਂ ਵਿੱਚ ਵਿਆਪਕ ਹੈ। ਇਹ ਪਾਵਨ ਸ਼ਬਦ ਮੰਗਲਾਚਰਨ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਰੰਭਤਾ, ਇਹ ਨੋਟ ਕਰਨਾ ਚਾਹੀਦਾ ਹੈ ਵੀ ਅੱਜ ਤੋਂ ਆਰੰਭ ਹੋ ਰਹੀ। ਫਿਰ ਪਤਾ ਨਹੀਂ ਸ਼ਾਇਦ ਅਸੀਂ ਹੋਈਏ ਚਾਹੇ ਨਾ ਹੋਈਏ, ਹੋ ਸਕਦਾ ਹੈ। ਕਿੰਨੇ ਸਰੀਰ ਆ ਆਪਾਂ, ਸੰਪੂਰਨਤਾ ਜਿੱਦਣ ਹੋਣੀ ਹੈ, ਕਈ ਸੁਣਨ ਵਾਲੇ ਨਹੀਂ ਹੋਣਗੇ ਤੇ ਕਈ ਸੁਣਾਉਣ ਵਾਲੇ ਮੇਰੇ ਵਰਗੇ ਨਹੀਂ ਹੋਣਗੇ। ਪਰ ਇਹ ਬਾਣੀ ਨਿਰੰਤਰ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਸ਼ੁਕਰਾਨਾ ਕਰੀਏ ਦਾਤਿਆ, ਧੰਨਵਾਦ ਤੇਰਾ, ਏਡੀ ਕੁ ਰਹਿਮਤ ਕਰੀ ਵੀ ਅੱਜ ਅਸੀਂ ਆਰੰਭਤਾ ਕੀਤੀ ਹੈ ਤੇਰੀ ਬਾਣੀ ਦੀ। ਅਸੀਂ ਸੰਪੂਰਨਤਾ ਤੱਕ ਇਸ ਬਾਣੀ ਨੂੰ ਏਦਾਂ ਹੀ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਚੰਗੀ ਵਿਚਾਰ ਦੇ ਨਾਲ ਸੁਣਦੇ ਵੀ ਰਹੀਏ ਤੇ ਸੁਣਾਉਂਦੇ ਵੀ ਰਹੀਏ। ਗੁਰੂ ਰਹਿਮਤ ਕਾਰਨ ਇਹ ਮੰਗਲਾਚਰਨ ਆਪਾਂ ਅੱਜ ਆਰੰਭ ਕੀਤਾ ਹੈ। ਇੱਕ ਓਂਕਾਰ ਸ਼ਬਦ ਦੀ ਕੱਲੀ ਵਿਆਖਿਆ ਹੈ, ਅਥਾਹ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਗੁਰੂ ਰਹਿਮਤ ਕਾਰਨ ਕੱਲ ਦੇ ਦੀਵਾਨਾਂ ਵਿੱਚ ਵੀ ਇਸੇ ਪਾਵਨ ਬਚਨ ਦੀ ਆਪਾਂ ਆਰੰਭਤਾ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਵਨ ਅਸਥਾਨ ਦੇ ਉੱਪਰ 3 ਤਰੀਕ ਦਿਨ ਐਤਵਾਰ ਨੂੰ ਰਾਤਰੀ ਦੇ ਗੁਰਮਤਿ ਸਮਾਗਮ ਸਜਣਗੇ। ਗੁਰਮਤਿ ਸਮਾਗਮਾਂ ਦੇ ਵਿੱਚ 8 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਮਤਿ ਵਿਚਾਰ, 9 ਵਜੇ ਤੋਂ ਲੈ ਕੇ 10 ਵਜੇ ਤੱਕ ਭਾਈ ਜਗਤਾਰ ਸਿੰਘ ਜੀ ਰਾਜਪੁਰਾ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਨਾ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।